ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਅੱਜ ਦੇ ਵਚਨ ਦਾ ਮਨਨ ਕਰਨ ਤੋਂ ਪਹਿਲਾਂ ਅਸੀਂ ਪ੍ਰਾਰਥਨਾ ਵਿੱਚ ਜਾਵਾਂਗੇ। ਦਿਆਲੂ ਪ੍ਰਭੂ, ਅਸੀਂ ਤੇਰਾ ਧੰਨਵਾਦ, ਤੇਰੀ ਮਹਿਮਾ, ਤੇਰੀ ਵਡਿਆਈ ਕਰਦੇ ਹਾਂ। ਤੂੰ ਰਾਜਿਆਂ ਦਾ ਰਾਜਾ ਹੈ, ਪ੍ਰਭੂਆਂ ਦਾ ਪ੍ਰਭੂ, ਸਰਵ ਸ਼ਕਤੀਮਾਨ ਅਤੇ ਕਦੇ ਨਾ ਬਦਲਣ ਵਾਲਾ, ਸਭ ਜੀਆਂ ਦੇ ਉੱਤੇ ਆਪਣੀ ਪ੍ਰਭੁਤਾ ਕਰਨ ਵਾਲਾ ਪ੍ਰੇਮੀ ਪਰਮੇਸ਼ਰ ਹੈ। ਔਰ ਅਸੀਂ ਤੇਰੇ ਜਿਹੇ ਜਿਉਂਦੇ ਪਰਮੇਸ਼ਰ ਦੇ ਕੋਲ ਆ ਕੇ ਤੇਰੀਆਂ ਗੂੜ ਭੇਤ ਦੀਆਂ ਗੱਲਾਂ ਜਾਣ ਕੇ ਤੇਰੇ ਨਾਮ ਨੂੰ ਧੰਨ ਆਖਦੇ ਹਾਂ, ਤੇਰੇ ਨਾਮ ਦੀ ਮਹਿਮਾ ਕਰਦੇ ਹਾਂ। ਪਰਮੇਸ਼ਰ, ਅੱਜ ਦੇ ਵਚਨ ਦੇ ਵਿੱਚ ਵੀ ਆਪ ਦੇ ਗੂੜ ਭੇਤ ਦੀਆਂ ਗੱਲਾਂ ਸਾਨੂੰ ਸਮਝਣ ਦੇ ਲਈ ਬੁੱਧ ਸਮਝ ਗਿਆਨ ਦੇ, ਤਾਂ ਕਿ ਅਸੀਂ ਉਸ ਦੇ ਰਾਹੀਂ ਤੇਰੇ ਭੇਤਾਂ ਨੂੰ ਅਤੇ ਤੇਰੇ ਰਾਜ ਨੂੰ ਜਾਣ ਕੇ ਤੇਰੇ ਨਾਮ ਦੀ ਉਸਤਤ ਕਰਦੇ ਹੋਏ ਤੇਰੇ ਰਾਜ ਵਿੱਚ ਪਾਏ ਜਾਏ। ਅਜਿਹਾ ਹੋਣ ਦੇ ਲਈ ਮਦਦ ਕਰ। ਇਹ ਸਭੋ ਕੁਝ ਅਸੀਂ ਤੇਰੇ ਹੱਥਾਂ ਵਿੱਚ ਸੌਂਪਦੇ ਹੋਏ ਇਹ ਬੇਨਤੀ ਮੁਕਤੀ ਦਾ ਤੇ ਪ੍ਰਭੂ ਯਿਸੂ ਮਸੀਹ ਦੇ ਪਵਿੱਤਰ ਤੇ ਸਮਰਥੀ ਨਾਮ ਚ ਮੰਗਦੇ ਹਾਂ, ਆਮੀਨ। ਪਿਆਰੇ ਅਜ਼ੀਜ਼, ਅੱਜ ਦਾ ਜੋ ਵਚਨ ਦਾ ਮੈਂ ਭਾਗ ਲਿਆ ਹੈ ਉਹ ਯਹੋਨਾ ਦੀ ਅੰਜੀਲ 1 ਅਧਿਆਏ 1 ਤੋਂ 3 ਆਇਤਾਂ ਦੇ ਵਿੱਚੋਂ ਲਿਆ ਹੈ। ਇੱਥੇ ਲਿਖਿਆ ਹੈ, ਆਦਿ ਵਿੱਚ ਸ਼ਬਦ ਸੀ ਔਰ ਸ਼ਬਦ ਪਰਮੇਸ਼ਰ ਦੇ ਸੰਗ ਸੀ ਅਤੇ ਸ਼ਬਦ ਪਰਮੇਸ਼ਰ ਹੈ ਸੀ। ਇਹੋ ਆਦਿ ਵਿੱਚ ਪਰਮੇਸ਼ਰ ਦੇ ਸੰਗ ਸੀ। ਸਭੋ ਕੁਝ ਉਸ ਤੋਂ ਰਚਿਆ ਗਿਆ ਤੇ ਰਚਨਾ ਵਿੱਚੋਂ ਇੱਕ ਵੀ ਵਸਤੂ ਉਸ ਤੋਂ ਬਿਨਾਂ ਨਹੀਂ ਰਚੀ ਗਈ। ਅੱਜ ਦਾ ਇਹ ਵਚਨ ਮੇਰਾ ਲੈਣ ਦਾ ਕੋਈ ਖਾਸ ਉਦੇਸ਼ ਸੀ। ਮੈਂ ਕਿਸੇ ਨਾਲ ਗੱਲ ਕਰ ਰਿਹਾ ਸਾਂ ਕਿ ਸਾਨੂੰ ਪਰਮੇਸ਼ਰ ਦੇ ਵਚਨ ਦੇ ਨਾਲ ਆਪਣੀ ਸੰਗਤ ਕਰਨੀ ਚਾਹੀਦੀ ਹੈ ਔਰ ਪਰਮੇਸ਼ਰ ਦਾ ਵਚਨ ਸੱਚਾ ਅਤੇ ਜਿਉਂਦਾ ਪਰਮੇਸ਼ਰ ਦਾ ਵਚਨ ਹੈ। ਪਰ ਕੁਝ ਲੋਕ ਜੋ ਦੁਨੀਆ ਦੇ ਲੋਕ ਨੇ, ਜੋ ਸੰਸਾਰ ਦੇ ਲੋਕ ਨੇ, ਜੋ ਪਰਮੇਸ਼ਰ ਦੀ ਖੋਜ ਕਰਦੇ ਨੇ, ਪਰ ਉਹਨਾਂ ਨੂੰ ਅਸਲੀ ਪਰਮੇਸ਼ਰ ਦੀ ਪਛਾਣ ਨਹੀਂ। ਉਹ ਲੋਕ ਕਥਾ ਕਹਾਣੀਆਂ ਦੇ ਉੱਤੇ ਵਿਸ਼ਵਾਸ ਕਰਕੇ ਆਪਣੇ ਜੀਵਨ ਨੂੰ ਪਰਮੇਸ਼ਰ ਦੇ ਨਾਲ ਤੋਲ ਦਿੰਦੇ ਨੇ ਅਤੇ ਪਰਮੇਸ਼ਰ ਦੇ ਨਾਲ ਉਸ ਦੀ ਰਚਨਾ ਕਰ ਦਿੰਦੇ ਨੇ। ਉਹ ਜਾਣਦੇ ਨਹੀਂ ਕਿ ਪਰਮੇਸ਼ਰ ਕਿਹੋ ਜਿਹਾ ਹੈ ਅਤੇ ਪਰਮੇਸ਼ਰ ਕਿਸ ਤਰ੍ਹਾਂ ਦਾ ਹੈ ਅਤੇ ਪਰਮੇਸ਼ਰ ਸਾਡੇ ਨਾਲ ਕਿਸ ਤਰ੍ਹਾਂ ਦਾ ਵਰਤਾਵ ਕਰਦਾ ਹੈ, ਪਰਮੇਸ਼ਰ ਸਾਡੇ ਨਾਲ ਕਿਸ ਤਰ੍ਹਾਂ ਪਿਆਰ ਕਰਦਾ ਹੈ, ਪਰਮੇਸ਼ਰ ਸਾਡੀ ਕਿਸ ਤਰ੍ਹਾਂ ਸੁਣਦਾ ਹੈ, ਪਰਮੇਸ਼ਰ ਸਾਡੇ ਨਾਲ ਕਿਸ ਤਰ੍ਹਾਂ ਗੱਲ ਕਰਦਾ ਹੈ ਅਤੇ ਪਰਮੇਸ਼ਰ ਸਾਡੇ ਨਾਲ ਆਪਣੀ ਭਲਾਈ ਕਿਵੇਂ ਪ੍ਰਗਟ ਕਰਦਾ ਹੈ। ਬਹੁਤ ਸਾਰੀਆਂ ਅਜਿਹੀਆਂ ਗੱਲਾਂ ਨੇ। ਉਹਨਾਂ ਦੀ ਉਹ ਸੋਚ ਨਾ ਰੱਖਦੇ ਹੋਏ ਉਹ ਸੰਸਾਰ ਦੀਆਂ ਕਥਾ ਕਹਾਣੀਆਂ ਦੇ ਉੱਤੇ ਆਪਣੇ ਆਪ ਨੂੰ ਧਿਆਨ ਲਾਉਂਦੇ ਨੇ ਅਤੇ ਉਸ ਦੇ ਉੱਤੇ ਚੱਲਦੇ ਨੇ। ਮੈਂ ਆਪ ਨੂੰ ਇੱਕ ਪੌਲਸ ਰਸੂਲ ਦਾ ਵਚਨ ਪੜ੍ਹਨਾ ਚਾਹੁੰਦਾ ਹਾਂ। ਇਸ ਗੱਲ ਦੇ ਨਾਲ, ਇਸ ਗੱਲ ਤੋਂ ਅਸੀਂ ਮਨਨ ਕਰੀਏ ਉਸ ਤੋਂ ਪਹਿਲਾਂ ਮੈਂ ਪੜ੍ਹਨਾ ਚਾਹੁੰਦਾ ਹਾਂ, ਕਿਉਂਕਿ ਬਹੁਤ ਸਾਰੇ ਲੋਕ ਹੈ ਤੁਹਾਡੇ ਕੋਲ ਜਿਹੜੇ ਪਰਮੇਸ਼ਰ ਦੀਆਂ ਗੱਲਾਂ ਨੂੰ, ਪਰਮੇਸ਼ਰ ਦੇ ਸਵਰੂਪ ਨੂੰ, ਪਰਮੇਸ਼ਰ ਦੇ ਚਰਿੱਤਰ ਨੂੰ ਇੱਕ ਅਜਿਹੇ ਚਰਿੱਤਰ ਨਾਲ ਜੋੜ ਦਿੰਦੇ ਆ ਜਿਹੜਾ ਪਾਪ ਦੇ ਨਾਲ ਭਰਿਆ ਹੋਇਆ ਹੈ ਅਤੇ ਜਿਹੜਾ ਪਾਪ ਦੇ ਨਾਲ ਜੁੜਿਆ ਹੋਇਆ ਹੈ, ਜਿਸ ਦਾ ਕੋਈ ਤੁਕ ਨਹੀਂ ਹੈ। ਉਹ ਪਰਮੇਸ਼ਰ ਦੇ ਸ਼ਬਦ ਨੂੰ ਅਜਿਹੀ ਰਚਨਾ ਦੇ ਨਾਲ ਜੋੜ ਦਿੰਦੇ ਆ ਜਿਸ ਦੇ ਨਾਲ ਉਸ ਦਾ ਕੋਈ ਤੁਕ ਨਹੀਂ ਬਣਦਾ ਹੈ। ਸੰਸਾਰ ਦੇ ਲੋਕ, ਸੰਸਾਰ ਦੇ ਜਿੰਨੇ ਵੀ ਆਪਣੇ ਅਜਿਹੇ ਲੋਕ ਸਨ, ਉਹਨਾਂ ਨੇ ਇਹਨਾਂ ਕਥਾ ਕਹਾਣੀਆਂ ਨਾਲ ਹੀ ਉਹਨਾਂ ਦੀ ਆਸਥਾ ਨੂੰ ਭਰਮਾ ਕੇ ਪਰਮੇਸ਼ਰ ਦੇ ਨਾਮ ਦੇ ਵਿੱਚ ਉਹਨਾਂ ਨੂੰ ਲੁੱਟਿਆ ਹੈ। ਉਹਨਾਂ ਨੂੰ ਪਰਮੇਸ਼ਰ ਦੀ ਸਿੱਖਿਆ ਤੋਂ, ਪਰਮੇਸ਼ਰ ਦੇ ਸਵਰੂਪ ਤੋਂ, ਪਰਮੇਸ਼ਰ ਦੀ ਪਹਿਚਾਨ ਤੋਂ ਦੂਰ ਕਰ ਦਿੱਤਾ ਹੈ। ਪੌਲਸ ਇੱਥੇ ਤਿਮੋਥੀਅਸ ਨੂੰ ਇਸੇ ਕਰਕੇ ਉਹ ਕੀ ਦਿੰਦਾ ਹੈ? ਸਿੱਖਿਆ ਦਿੰਦਾ ਹੈ। ਔਰ ਅੱਜ ਇਹ ਸਿੱਖਿਆ ਮੇਰੀ ਅਤੇ ਆਪ ਦੀ ਵੀ ਹੋਣੀ ਚਾਹੀਦੀ ਹੈ। ਬਹੁਤ ਸਾਰੇ ਪ੍ਰਚਾਰਕ ਅਜਿਹੀਆਂ ਕਥਾ ਕਹਾਣੀਆਂ ਦੇ ਨਾਲ ਆਪਣੇ ਜੀਵਨ ਦੇ ਵਿੱਚ ਸਟੋਰੀਆਂ ਦੇ ਨਾਲ ਪ੍ਰਚਾਰ ਕਰਦੇ ਨੇ, ਉਹ ਬਹੁਤ ਗਲਤ ਹੈ। ਪੌਲਸ ਨੇ ਇੱਥੇ ਕੀ ਕਿਹਾ ਤਿਮੋਥੀਅਸ ਨੂੰ? ਪਰ ਰੀਝਦੀਆਂ ਅਤੇ ਬੁੱਢੀਆਂ ਵਾਲੀਆਂ ਕਹਾਣੀਆਂ ਵੱਲੋਂ ਮੂੰਹ ਮੋੜ ਅਤੇ ਭਗਤੀ ਲਈ ਆਪ ਸਾਧਨਾ ਕਰ। ਮਤਲਬ ਕਿ ਸਾਨੂੰ ਖੋਜ ਕਰਨੀ ਹੈ, ਉਸ ਦੀ ਸਾਧਨਾ ਕਰਨੀ ਹੈ, ਉਸ ਦੀ ਭਗਤੀ ਕਰਨੀ ਹੈ, ਤਾਂ ਸਾਨੂੰ ਸਹੀ ਪਰਮੇਸ਼ਰ ਦੀ ਭਗਤੀ ਦਾ ਪਤਾ ਚੱਲੇਗਾ। ਅਨੇਥਾ ਅਸੀਂ ਪਰਮੇਸ਼ਰ ਨੂੰ ਆਪਣੀ ਸੋਚ ਦੇ ਨਾਲ, ਆਪਣੀ ਸਮਝ ਦੇ ਨਾਲ ਕਦੇ ਵੀ ਨਹੀਂ ਜਾਣ ਸਕਦੇ ਹਾਂ। ਇੱਥੇ ਬਾਈਬਲ ਦੇ ਵਿੱਚ ਜਦੋਂ ਮੈਂ 1 ਅਧਿਆਏ ਇਹ ਲਿਆ ਹੈ, ਮੈਂ ਇਸੇ ਕਰਕੇ ਲਿਆ ਹੈ ਕਿਉਂਕਿ ਬਹੁਤ ਸਾਰੇ ਲੋਕਾਂ ਨੇ ਮੈਨੂੰ ਸ਼ਬਦ ਦੀ ਰਚਨਾ ਗਲਤ ਤਰੀਕੇ ਦੇ ਨਾਲ ਕਰਕੇ ਦਿੱਤੀ ਹੈ ਜੋ ਸਹੀ ਯੋਗ ਨਹੀਂ ਹੈ। ਮੈਂ ਗੱਲ ਨਹੀਂ ਕਰਨਾ ਚਾਹੁੰਦਾ। ਬਾਈਬਲ ਇੱਕ ਅਜਿਹਾ ਆਪਣਾ
ਪਵਿੱਤਰ ਸ਼ਾਸਤਰ ਹੈ, ਇੱਕ ਅਜਿਹਾ ਸ਼ਾਸਤਰ ਹੈ ਜਿਸ ਵਿੱਚ ਸ੍ਰਿਸ਼ਟੀ ਦੀ ਰਚਨਾ ਤੋਂ ਲੈ ਕੇ ਉਸ ਦੇ ਅੰਤ ਤੱਕ ਦਾ ਸਾਰਾ ਵਿਵਰਣ, ਅੰਤ ਦੇ ਵਿੱਚ ਭਵਿੱਖ ਦੇ ਵਿੱਚ ਕੀ ਹੋਣਾ ਹੈ, ਭਵਿੱਖ ਦੇ ਵਿੱਚ ਅਸੀਂ ਕਿੱਥੇ ਪਾਏ ਜਾਣਾ ਹੈ, ਔਰ ਭਵਿੱਖ ਦੇ ਵਿੱਚ ਸਾਡੀ ਸੰਗਤ ਕਿਸ ਦੇ ਨਾਲ ਹੋਣੀ ਹੈ, ਭਵਿੱਖ ਦੇ ਵਿੱਚ ਪਰਮੇਸ਼ਰ ਸੰਸਾਰ ਦਾ ਨਿਆਂ ਕਿਸ ਤਰ੍ਹਾਂ ਕਰੇਗਾ, ਉਹ ਸਾਰੀ ਕੰਪਲੀਟ ਪਰਮੇਸ਼ਰ ਦੀ ਦਿੱਤੀ ਹੋਈ ਇਹ ਪਵਿੱਤਰ ਪੁਸਤਕ ਮੇਰੇ ਕੋਲ ਪਹੁੰਚੀ ਹੈ। ਮੈਂ ਇਸ ਦੇ ਵਿੱਚ ਦੇਖਦਾ ਹਾਂ ਸ੍ਰਿਸ਼ਟੀ ਦੀ ਰਚਨਾ ਦੇ 6 ਦਿਨ ਕਿਸ ਤਰ੍ਹਾਂ ਪਰਮੇਸ਼ਰ ਨੇ ਰਚਨਾ ਕੀਤੀ ਹੈ। ਕੋਈ ਵੀ ਅਜਿਹਾ ਸ਼ਾਸਤਰ 6 ਦਿਨ ਦੀ ਇਹ ਰਚਨਾ ਨਹੀਂ ਦੱਸਦਾ ਹੈ, ਨਾ ਸਾਨੂੰ ਮਿਲਦੀ ਹੈ ਸਿਵਾਏ ਬਾਈਬਲ ਤੋਂ। ਇਸ ਲਈ ਇੱਥੇ ਪਰਮੇਸ਼ਰ ਦਾ ਜੋ ਵਚਨ ਲਿਖਿਆ, ਆਦਿ ਵਿੱਚ ਸ਼ਬਦ ਸੀ, ਸ਼ਬਦ ਪਰਮੇਸ਼ਰ ਦੇ ਸੰਗ ਸੀ ਅਤੇ ਇਹੋ ਸ਼ਬਦ ਪਰਮੇਸ਼ਰ ਸੀ। ਕਿੰਨੀ ਮਜ਼ਬੂਤੀ ਦੇ ਨਾਲ ਯੋਹੰਨਾ ਨੇ ਸ਼ੁਰੂ ਕੀਤਾ। ਜਦੋਂ ਯੋਹੰਨਾ ਇਹ ਗੱਲ ਕਰ ਰਿਹਾ ਸੀ, ਜਦੋਂ ਯੋਹੰਨਾ ਇਸ ਵਚਨ ਨੂੰ ਲਿਖ ਰਿਹਾ ਸੀ, ਤਾਂ ਉਸ ਸਮੇਂ ਦੇ ਵੱਡੇ ਵੱਡੇ ਦਾਰਸ਼ਨਿਕ ਨੂੰ ਅਸੀਂ ਕਹਿੰਦੇ ਹਾਂ, ਵੱਡੇ ਵੱਡੇ ਸਕਾਲਰਸ, ਬੜੇ ਬੜੇ ਆਪਣਾ ਸਾਇੰਟਿਸਟ, ਉਹ ਇਹ ਸੋਚ ਰਹੇ ਸੀ ਕਿ ਯੋਹੰਨਾ ਪਾਗਲ ਤਾਂ ਨਹੀਂ ਹੋ ਗਿਆ ਹੈ, ਯੋਹੰਨਾ ਦਾ ਦਿਮਾਗ ਖਰਾਬ ਤਾਂ ਨਹੀਂ ਹੋ ਗਿਆ ਹੈ, ਕਿਉਂਕਿ ਸ਼ਬਦ ਦਾ ਕੋਈ ਆਕਾਰ ਨਹੀਂ ਹੁੰਦਾ ਹੈ, ਸ਼ਬਦ ਦਾ ਕੋਈ ਸਰੂਪ ਨਹੀਂ ਹੁੰਦਾ ਹੈ, ਸ਼ਬਦ ਦੀ ਕੋਈ ਰਚਨਾ ਨਹੀਂ ਹੁੰਦੀ ਹੈ। ਤੇ ਇੱਥੇ ਉਹ ਸ਼ਬਦ ਦੀ ਗੱਲ ਕਰ ਰਿਹਾ ਹੈ। ਕੀ ਕਹਿ ਰਿਹਾ ਹੈ? ਆਦਿ ਵਿੱਚ ਸ਼ਬਦ ਸੀ ਅਤੇ ਸ਼ਬਦ ਪਰਮੇਸ਼ਰ ਦੇ ਸੰਗ ਸੀ ਅਤੇ ਸ਼ਬਦ ਪਰਮੇਸ਼ਰ ਸੀ। ਪਹਿਲੀ ਗੱਲ, ਅਸੀਂ ਸ਼ਬਦ ਨੂੰ ਖੋਜਣਾ ਹੈ। ਪਹਿਲੀ ਗੱਲ, ਅਸੀਂ ਸ਼ਬਦ ਨੂੰ ਜਾਣਨਾ ਹੈ। ਜਦੋਂ ਸ਼ਬਦ ਨੂੰ ਜਾਣਨਾ ਹੈ ਤਾਂ ਉਸ ਤੋਂ ਪਹਿਲਾਂ ਸਾਨੂੰ ਪਰਮੇਸ਼ਰ ਦੇ ਬਾਰੇ ਪਤਾ ਹੋਣਾ ਚਾਹੀਦਾ ਹੈ। ਜੇ ਸਾਨੂੰ ਪਰਮੇਸ਼ਰ ਦੇ ਬਾਰੇ ਪਤਾ ਨਹੀਂ ਤਾਂ ਅਸੀਂ ਸ਼ਬਦ ਦੇ ਬਾਰੇ ਕੀ ਖੋਜ ਕਰਾਂਗੇ, ਕੀ ਸ਼ਬਦ ਦੇ ਬਾਰੇ ਜਾਣਾਂਗੇ। ਮੈਂ ਕੁਝ ਗੱਲਾਂ ਆਪ ਦੇ ਕੋਲ ਲੈ ਕੇ ਆ ਰਿਹਾ ਹਾਂ, ਉਹਨਾਂ ਦੇ ਉੱਤੇ ਤੁਸੀਂ ਧਿਆਨ ਦੇਣਾ ਹੈ। ਹੋ ਸਕਦਾ ਹੈ ਇਸ ਦੇ ਮੇਰੇ 2 ਪਾਰਟ ਬਣਨ ਜਾਂ 3 ਪਾਰਟ ਬਣਨ, ਤੁਸੀਂ ਉਸ ਦੇ ਉੱਤੇ ਗੌਰ ਫਰਮਾਣੀ ਹੈ। ਮੈਂ ਵਚਨ ਸੰਬੰਧੀ ਯੂਨਾਨੀ ਲੋਕਾਂ ਦੀ ਕੀ ਸੋਚ ਸੀ, ਯੂਨਾਨੀ ਲੋਕ ਅਤੇ ਇਬਰਾਨੀ ਲੋਕ ਇਸ ਸ਼ਬਦ ਦੇ ਬਾਰੇ ਕੀ ਸੋਚਦੇ ਸੀ, ਉਹਨਾਂ ਦੇ ਬਾਰੇ ਮੈਂ ਆਪ ਦੀ ਰਾਏ, ਮਤਲਬ ਕਿ ਜੋ ਉਹਨਾਂ ਦੀ ਰਾਏ ਸੀ ਆਪ ਦੇ ਅੱਗੇ ਰੱਖਾਂਗਾ। ਉਸ ਤੋਂ ਬਾਅਦ ਮੈਂ ਇਸ ਰਚਨਾ ਨੂੰ ਜੋ ਯੋਹੰਨਾ ਨੇ ਲਿਖਿਆ ਹੈ ਉਸ ਦਾ ਪਰਪਸ ਕੀ ਸੀ, ਉਸ ਦਾ ਉਦੇਸ਼ ਕੀ ਸੀ, ਉਸ ਦੇ ਜੀਵਨ ਦੇ ਵਿੱਚ ਇਹ ਲਿਖਣ ਦੇ ਲਈ ਸਾਨੂੰ ਕੀ ਦਰਸਾਉਣਾ ਚਾਹੁੰਦਾ ਸੀ, ਉਸ ਦੇ ਬਾਰੇ ਅਸੀਂ ਇਸ ਦੇ ਵਿੱਚੋਂ ਵੇਖਾਂਗੇ। ਪਹਿਲੀ ਗੱਲ, ਅਸੀਂ ਦੇਖਦੇ ਹਾਂ ਕਿ ਅਸੀਂ ਯਹੂਦੀ ਅਤੇ ਯੂਨਾਨੀ ਜਿਹੜੇ ਦੋਨੇ ਪ੍ਰਿਸ਼ਠ ਭੂਮੀ ਦੇ ਵਿੱਚ ਸੀ, ਉਹ ਵਚਨ ਅਤੇ ਸ਼ਬਦ ਸੰਬੰਧੀ ਧਾਰਨਾ ਅਤੇ ਉਸ ਦੀ ਖੋਜ ਦੇ ਵਿੱਚ ਸੀ। ਉਸ ਨੂੰ ਸਮਝਣ ਦੇ ਲਈ ਉਹ ਤਰ੍ਹਾਂ ਤਰ੍ਹਾਂ ਦੇ ਯਤਨ ਕਰ ਰਹੇ ਸੀ। ਕਿਉਂਕਿ ਅਸੀਂ ਕੁਰੰਥ ਦੀ ਪੁਸਤਕ ਦੇ ਵਿੱਚ ਅਗਰ ਦੇਖੀਏ ਤਾਂ ਉਸ ਵਿੱਚ ਆਪਣਾ ਕੀ ਲਿਖਿਆ ਹੈ ਯਹੂਦੀ ਅਤੇ ਯੂਨਾਨੀ ਦੇ ਬਾਰੇ। ਯਹੂਦੀ ਚਿੰਨ੍ਹ ਭਾਲਦੇ ਸੀ ਅਤੇ ਯੂਨਾਨੀ ਗਿਆਨ। ਦੋਹੇ ਅਲੱਗ-ਅਲੱਗ ਰਸਤੇ ਹੈ, ਪਰ ਦੋਨਾਂ ਦੇ ਵਿੱਚ ਸ਼ਬਦ ਦੀ ਇੱਕ ਲੜਾਈ ਹੈ। ਦੋਨਾਂ ਦੇ ਵਿੱਚ ਜਿਹੜੇ ਇਬਰੀ ਲੋਕ ਸੀ ਉਹ ਤੋਰਾ ਨੂੰ ਸ਼ਬਦ ਸਮਝਦੇ ਸੀ। ਤੋਰੇਤ ਦਾ ਮਤਲਬ ਹੈ ਕਿ ਪਰਮੇਸ਼ਰ ਦਾ ਉਹ ਨਿਯਮ ਜੋ ਮੋਸਸ ਦੇ ਰਾਹੀਂ ਉਹਨਾਂ ਨੂੰ ਦਿੱਤਾ ਗਿਆ। ਜੋ ਯੂਨਾਨੀ ਲੋਕ ਲੋਗਾਸ ਕਰਕੇ ਸ਼ਬਦ, ਜਿਸ ਨੂੰ ਆਪਣਾ ਕੀ ਪਰਮੇਸ਼ਰ ਦੀ ਇਹੋ ਜਿਹੀ ਸ਼ਕਤੀ, ਇਹੋ ਜਿਹੀ ਸਮਰੱਥ ਜਿਹੜੀ ਜੋ ਆਪਣਾ ਕਰਦਾ ਉਹ ਹੋ ਜਾਂਦਾ ਹੈ, ਉਸ ਸਮਰੱਥ ਨੂੰ ਇਸ ਤਰ੍ਹਾਂ ਸਮਝਦੇ ਸੀ। ਪਰ ਇੱਥੇ ਮੈਂ ਕੁਝ ਗੱਲਾਂ ਆਪ ਦੇ ਨਾਲ ਯਹੂਦੀ ਪ੍ਰਿਸ਼ਠ ਭੂਮੀ ਦੇ ਬਾਰੇ ਕਰਾਂਗਾ। ਯਹੂਦੀ ਜਨ ਦੀ ਨਜ਼ਰ ਵਿੱਚ ਵਚਨ ਕੋਰੀ ਆਵਾਜ਼ ਕਿਤੇ ਵੀ ਹੈ, ਉਸ ਨੂੰ ਉਹ ਜਾਣਦੇ ਸੀ ਇਹ ਸ਼ਬਦ ਹੈ। ਧਵਨੀ, ਕੋਈ ਆਵਾਜ਼ ਮਾਰੋ, ਆਵਾਜ਼ ਆਉਂਦੀ ਹੈ, ਹਾਂ ਇਹ ਸ਼ਬਦ ਹੈ ਜੀ, ਤਾੜੀ ਦਾ ਸ਼ਬਦ। ਮੈਂ ਬੋਲਦਾ ਤਾਂ ਮੇਰਾ ਬੋਲਣ ਦਾ ਸ਼ਬਦ, ਕਿਤੇ ਪਟਾਕਾ ਫੁੱਟਦਾ ਉਹਦਾ ਸ਼ਬਦ, ਬੜਮ, ਇਹ ਸ਼ਬਦ ਧਵਨੀ।
ये यहूदी लोग कहते एक वो शब्द है। वचन एक बहुत सक्रिय अते आजाद अस्तित्व का चिन्ह है। उन्होंने कोई कैद नहीं कर सकिया, उन्होंने कोई बंद नहीं कर सकिया, उन्होंने कोई अज तक फड़ नहीं सकिया, उहदे उत्ते कोई भी अज तक किसी भी तरह की ਇਹੋ ਜਿਹੀ टिप्पणी नहीं कर सकिया जिस दे नाल कह सके कि मैं शब्द नूं फड़ लिया है। शब्द अपने आप दी एक अजिही पवित्र पछाण है जिस नूं असी बड़े नम्र अते दीन मन दे नाल समर्पण दे नाल समझ सकते हैं। ये मेरी सोच, मेरी खोज, मेरे विचारां दे नाल नहीं हो सकता, परमेश्वर दे विचारां नाल हो। अते वो कुछ कार्य संपन्न करता है जिवें एक विद्वान प्रोफैसर जॉन पीटरसन का कथन है कि इब्रानी जान दी मान्यता सी कि बोलिया होया वचन साक्षात जिउंदा है, असलियत दे विच जिउंदा है। वो ऊर्जा दी एक इकाई है। जिस विच क्रिया दी भारी शक्ति है। वो शक्ति अपने लक्ष्य अते बंदूक दी गोली जिवें उड़दी है उसे तरह वो निकलती है। ते उहदे बारे असी देखते हैं इब्रानी भाषा दे विच घट शब्द हैं, उस विच 10,000 शब्द तो भी घट हैं, पर यूनानी भाषा दे विच 2 लाख शब्द हैं, थोड़े नहीं 2 लाख यूनानी भाषा दे विच। अते शब्दां दी आधार शक्ति है। किसी कवि का शब्द स्कॉटलैंड के धर्म सुधारक जॉन नक्श, इंग्लैंड के प्रधानमंत्री विंस्टन चार्ल आदि अजिहे व्यक्ति जिन्हां दे शब्दां विच जबरदस्त क्रिया शक्ति सी। जदों बोलदे सी तां लोग उन्हां दे कहण दे अनुसार उस तरह करन दी क्षमता शुरू कर दिंदे सी। मतलब कि उन्हां दे शब्द उन्हां दे अंदर अणख नूं पैदा कर दिंदे सी अपने देश दे प्रति। जिवें असी अपने सेवक बिली ग्राम दे बारे कह सकते हैं, जदों प्रचार करता सी तां बहुत सारे लोगों का मन परिवर्तन हो जाता सी। साडे हिंदुस्तान दे विच उसनूं बैन किया होया सी, कारण किते हिंदुस्तान मसीहत दे विच ना तब्दील हो जाए। इसलिए शब्द की बहुत वड्डी ताकत है, बहुत वड्डी समर्थ है। ये परमेश्वर दे वल्लों मनुख दे जीवन दे विच पाई हुई है, पर खोज करन दे नाल वो शक्ति मैनू मिल सकती है, पर खोज करन दे नाल। दूसरी गल असी देखते हैं वचन की शक्ति दे उदाहरणा नाल पुराना नियम भरिया पिया है। जिन्ना पढ़ लो उन्ना थोड़ा है। पुराने नियम दे विच वचन की शक्ति दे बारे बहुत कुछ दस्या है। सब तो पहला असी देखते हैं इसहाक ने एक बार धोखे विच आके याकूब नूं आशीष देती। कहनू जी याकूब, जदों याकूब नूं आशीष दे दी तां मुड़ वापस नहीं लई गई। इहदा मतलब जो शब्द आशीष च उसनूं दे दिते वो उस दे कोल चले गए। उसका पुत्र एसाव गिड़गिड़ाउंदा रहा मैनू दे, पर नहीं मिल सकते सी। जिन्हों देते देते इन्नी ताकत है शब्द दी और आशीष के शब्द जो इसहाक दे जीवन दे विचों निकले है। और इस जगत की कोई भी ताकत उसनूं वापस नहीं सी लिया सकती। ये असी उत्पत्ति 27 अध्याय दे विच पढ़ सकते हैं। शब्द तीर की तरह छुट जाता है अते उस दी क्रिया नूं कोई रोक नहीं सकता। कहंदा मूँह दे विचों निकलिया तीर वापस नहीं आ सकता। निकल गया, चाहे गलत है चाहे सही है या किसी दे उत्ते उसनूं स्थिर करने वाला है। बस
ਸ਼ਬਦ ਦੀ ਰਚਨਾ ਬੜੀ ਜ਼ਬਰਦਸਤ ਹੈ। ਇਸ ਲਈ ਉਸ ਨੂੰ ਸਮਝਣ ਦੇ ਲਈ ਪੂਰਨ ਰੀਤੀ ਨਾਲ ਪਰਮੇਸ਼ਰ ਦੇ ਪ੍ਰਤੀ ਆਪਣੇ ਆਪ ਨੂੰ ਸਰੈਂਡਰ ਕਰੋ। ਇਹ ਕਥਾ ਕਹਾਣੀਆਂ ਨਾਲ ਨਹੀਂ ਸਮਝ ਸਕਦੇ। ਕਈ ਲੋਕ ਸ਼ਬਦ ਨੂੰ ਕਿਸੇ ਵੀ ਕਰੈਕਟਰ ਦੇ ਨਾਲ, ਇਹ ਤੁਸੀਂ ਸਮਝਣਾ ਹੈ, ਕਿਸੇ ਵੀ ਕਰੈਕਟਰ ਦੇ ਨਾਲ ਜੋੜ ਦਿੰਦੇ। ਪਹਿਲਾਂ ਦੇਖੋ ਉਹਦਾ ਕਰੈਕਟਰ ਕੀ ਹੈ। ਪਰਮੇਸ਼ਰ ਦਾ ਕਰੈਕਟਰ ਇਨ ਹੋਲੀ, ਪਵਿੱਤਰ ਹੈ। ਕਿ ਉਹ ਵਿਅਕਤੀ ਪਵਿੱਤਰ ਹੈ? ਪਰਮੇਸ਼ਰ ਨੂੰ ਕਿਸੇ ਵੀ ਇਸਤਰੀ ਜਾਂ ਪੁਰਸ਼ ਵਾਚਕ ਦੀ ਲੋੜ ਨਹੀਂ, ਕਿਉਂਕਿ ਉਹ ਸਵੈ ਵਿੱਚ ਸਰਵਭੌਮਿਕ ਔਰ ਸਰਵ ਗਿਆਨੀ, ਸਰਵ ਸ਼ਕਤੀਮਾਨ ਔਰ ਸਰਵਾਧਿਕ ਹੈ। ਉਸ ਨੂੰ ਕਿਸੇ ਚੀਜ਼ ਦੀ ਲੋੜ ਨਹੀਂ। ਪਰਮੇਸ਼ਰ ਨੇ ਮਨੁੱਖ ਦੇ ਲਈ ਸਭ ਕੁਝ ਤਿਆਰ ਕਰਕੇ ਦਿੱਤਾ ਹੈ। ਪਰਮੇਸ਼ਰ ਨੂੰ ਇਸ ਦਾ ਪ੍ਰਯੋਜਨ ਨਹੀਂ। ਯਾਦ ਰੱਖਣਾ ਹੈ, ਮਨੁੱਖ ਦੇ ਨਾਲ ਅਸੀਂ ਪਰਮੇਸ਼ਰ ਦੀ ਤੁਲਨਾ ਨਹੀਂ ਕਰ ਸਕਦੇ ਹਾਂ ਕਿਸੇ ਵੀ, ਚਾਹੇ ਕੋਈ ਵੀ ਕਰੈਕਟਰ ਹੈ, ਕਿਸੇ ਤਰ੍ਹਾਂ ਦਾ ਵੀ ਹੈ। ਪਰਮੇਸ਼ਰ ਪਵਿੱਤਰ ਹੈ ਔਰ ਆਪਣੇ ਪੁਸਤਕ ਦੇ ਵਿੱਚ ਉਹ ਸਾਫ਼ ਰੀਤੀ ਨਾਲ ਲਿਖਦਾ ਹੈ, ਮੈਂ ਪਵਿੱਤਰ ਹਾਂ, ਤਾਂ ਜਿਹੜਾ ਮੇਰੇ ਪਿੱਛੇ ਚੱਲਦਾ ਉਹ ਵੀ ਪਵਿੱਤਰ ਹੋਣਾ ਚਾਹੀਦਾ ਹੈ। ਤੇ ਅਸੀਂ ਉਸ ਕਰੈਕਟਰ ਨੂੰ ਕਿਸੇ ਵੀ ਕਰੈਕਟਰ ਦੇ ਨਾਲ ਕਿਸ ਤਰ੍ਹਾਂ ਜੋੜ ਸਕਦੇ ਹਾਂ? ਗਲਤ ਹੈ। ਸਮਝਣਾ ਜ਼ਰੂਰੀ ਹੈ। ਜਦ ਤੱਕ ਅਸੀਂ ਇਸ ਚੀਜ਼ ਨੂੰ ਸਮਝਾਂਗੇ ਨਹੀਂ, ਸਾਨੂੰ ਸਮਝ ਨਹੀਂ ਆਏਗਾ। ਪਰਮੇਸ਼ਰ ਨੇ ਕਿਹਾ ਅਜਿਹਾ ਹੋ ਅਤੇ ਹੋ ਗਿਆ। ਉਤਪਤ ਦੀ ਪੁਸਤਕ ਦੇ ਵਿੱਚ 1 ਤੋਂ 1:3, 6 ਅਤੇ 11 ਦੇ ਵਿੱਚ ਪਰਮੇਸ਼ਰ ਨੇ ਜਦੋਂ ਸ੍ਰਿਸ਼ਟੀ ਦੀ ਰਚਨਾ ਕੀਤੀ ਅਤੇ ਉਸਨੇ ਕਿਹਾ ਹੋ ਜਾ, ਹੋ ਗਿਆ। ਫਿਰ ਉਹਨੇ ਵੇਖਿਆ ਚੰਗਾ ਹੈ, ਚੰਗਾ ਹੈ। ਕਿਹਦੇ ਲਈ? ਮੇਰੇ ਅਤੇ ਆਪ ਦੇ ਲਈ। ਉਹ ਸ਼ਬਦ ਸੀ। ਇਸੇ ਕਰਕੇ ਤਾਂ 3 ਦੇ ਵਿੱਚ ਕਿਹਾ ਹੈ ਸਭੋ ਕੁਝ ਉਸ ਤੋਂ ਰਚਿਆ ਗਿਆ ਅਤੇ ਰਚਨਾ ਵਿੱਚੋਂ ਇੱਕ ਵੀ ਵਸਤ ਉਸ ਤੋਂ ਬਗੈਰ ਨਹੀਂ ਰਚੀ ਗਈ। ਉਹ ਸ਼ਬਦ ਸੀ। ਉਹ ਸ਼ਬਦ ਇੰਨਾ ਪਾਵਰਫੁਲ ਸੀ ਜੋ ਕਹਿੰਦੇ ਸੀ ਹੋ ਜਾਂਦਾ ਸੀ। ਅੱਜ ਮੇਰੇ ਤੇਰੇ ਸ਼ਬਦ ਦੇ ਨਾਲ ਇਹ ਨਹੀਂ ਹੋ ਸਕਿਆ। ਬਹੁਤ ਸਾਰੇ ਇਸ ਦੁਨੀਆ ਦੇ ਵਿੱਚ ਲੋਕ ਆਏ ਆ, ਬਹੁਤ ਸਾਰੇ ਆਪਣਾ ਰਿਸ਼ੀ ਮੁਨੀ, ਬਹੁਤ ਸਾਰੇ ਆਪਣਾ ਇਸ ਤਰ੍ਹਾਂ ਦੇ ਲੋਕ ਆਏ ਆ। ਕੀ ਉਹਨਾਂ ਦੇ ਕਹਿਣ ਤੇ ਆਕਾਸ਼ ਤਨ ਗਿਆ? ਕੀ ਉਹਨਾਂ ਦੇ ਕਹਿਣ ਤੇ ਸ੍ਰਿਸ਼ਟੀ ਬਣ ਗਈ? ਕੀ ਉਹਨਾਂ ਦੇ ਕਹਿਣ ਤੇ ਜੀਵ ਜੰਤੂ ਬਣ ਗਏ? ਨਹੀਂ ਪਿਆਰੋ, ਪਰਮੇਸ਼ਰ ਦੇ ਇਸ ਸ਼ਬਦ ਨੂੰ ਸਮਝਣਾ ਹੈ। ਇਸੇ ਕਰਕੇ ਮੈਂ ਪਹਿਲਾਂ ਕਿਹਾ ਇੱਕ ਬਾਈਬਲ ਅਜਿਹੀ ਕਿਤਾਬ ਹੈ ਜਿਹੜੀ 6 ਦਿਨ ਦੀ ਰਚਨਾ ਦੇ ਬਾਰੇ ਦੱਸਦੀ ਹੈ ਔਰ 7ਵੇਂ ਦਿਨ ਮਨੁੱਖ ਦੀ ਰਚਨਾ ਬਾਰੇ ਦੱਸਦੀ ਹੈ। ਕੋਈ ਹੋਰ ਨਹੀਂ ਦੱਸਦਾ। ਸਭੇ ਇਹ ਕਹਿੰਦੇ ਆ ਕਿ ਇਹ ਪਰਮੇਸ਼ਰ ਦੀ ਰਚਨਾ ਹੈ, ਲੇਕਿਨ ਕਿਸ ਤਰ੍ਹਾਂ ਹੈ, ਕਿੱਦਾਂ ਹੈ, ਉਹਦੇ ਬਾਰੇ ਬਾਈਬਲ ਹੀ ਦੱਸਦੀ ਹੈ। ਇਹ ਉਹ ਸ਼ਬਦ ਨੂੰ ਸਮਝਣਾ ਜ਼ਰੂਰੀ ਹੈ। ਜੇ ਅਸੀਂ ਉਸ ਸ਼ਬਦ ਨੂੰ ਨਹੀਂ ਸਮਝਦੇ ਹਾਂ, ਉਸ ਸ਼ਬਦ ਨੂੰ ਨਹੀਂ ਜਾਣਦੇ ਹਾਂ, ਤਾਂ ਇਹਦਾ ਮਤਲਬ ਹਜੇ ਤੱਕ ਅਸੀਂ ਖਾਲੀ ਹਾਂ। ਉਸ ਤੋਂ ਅੱਗੇ ਅਸੀਂ ਦੇਖਦੇ ਹਾਂ ਬਾਰ-ਬਾਰ ਪਰਮੇਸ਼ਰ ਦੀ ਰਚਨਾ ਕਰਨ ਵਾਲੇ ਕਿਰਿਆਸ਼ੀਲ ਅਤੇ ਗਣਤੱਵਯ ਵਚਨ ਦਾ ਉਲੇਖ ਕਰਦੇ ਹਨ। ਆਕਾਸ਼ ਮੰਡਲ ਪਰਮੇਸ਼ਰ ਦੇ ਵਚਨ ਤੋਂ ਬਣੇ ਹਨ। ਕੌਣ ਕਹਿੰਦਾ ਹੈ? ਜ਼ਬੂਰ ਦਾ ਲਿਖਣ ਵਾਲਾ ਦਾਊਦ 33:6 ਵਿੱਚ ਇਹ ਗੱਲ ਕਹਿੰਦਾ ਹੈ। ਉਸ ਤੋਂ ਅੱਗੇ ਦੇਖਦੇ ਆ ਪਰਮੇਸ਼ਰ ਧਰਤੀ ਉੱਤੇ ਆਪਣੇ ਹੁਕਮ ਦਾ ਪ੍ਰਚਾਰ ਕਰਦਾ ਹੈ ਅਤੇ ਉਸ ਦਾ ਸ਼ਬਦ ਅਤ ਵੇਗ ਦੇ ਨਾਲ ਦੌੜਦਾ ਹੈ। ਮਤਲਬ ਮੂੰਹ ਚੋਂ ਨਿਕਲਿਆ ਤੇ ਕੰਮ ਹੋ ਗਿਆ। ਅਸੀਂ ਦੇਖਦੇ ਹਾਂ ਜਦੋਂ ਸ੍ਰਿਸ਼ਟੀ ਦੀ ਰਚਨਾ ਪਰਮੇਸ਼ਰ ਨੇ ਕਿਹਾ ਤਾਂ ਹੋ ਗਿਆ। ਇੰਨਾ ਵੇਗ ਦੀ ਮਾਨੰਦ ਹੈ, ਉਹਨੂੰ ਕੋਈ ਰੋਕ ਨਹੀਂ ਸਕਦਾ ਹੈ। ਇੰਨਾ ਪਾਵਰਫੁਲ ਹੈ ਉਹ ਸ਼ਬਦ। ਔਰ ਅੱਗੇ ਹੋਰ ਦੇਖਦੇ ਹਾਂ, ਕਹਿੰਦਾ ਹੈ ਜਿਸ ਤਰ੍ਹਾਂ ਬਾਰਿਸ਼ ਅਤੇ ਬਰਫ਼ ਆਕਾਸ਼ ਤੋਂ ਗਿਰਦੇ ਹੈ ਅਤੇ ਜਿਸ ਨੂੰ ਬੋਣ ਵਾਲੇ ਉਸ ਦੇ ਉਪਜ ਨੂੰ ਖਾਂਦੇ ਹੈ ਅਤੇ ਜਿਸ ਤੋਂ ਬੋਣ ਵਾਲਿਆਂ ਨੂੰ ਬੀਜ ਅਤੇ ਖਾਣ ਨੂੰ ਰੋਟੀ ਮਿਲਦੀ ਹੈ,
ਉਸੇ ਤਰ੍ਹਾਂ ਮੇਰਾ ਵਚਨ ਵੀ ਹੋਵੇਗਾ ਜੋ ਮੇਰੇ ਮੁਖ ਤੋਂ ਨਿਕਲਦਾ ਹੈ ਉਹ ਵਿਅਰਥ ਠਹਿਰ ਕੇ ਮੇਰੇ ਕੋਲ ਨਾ ਆਵੇਗਾ, ਕਿਉਂਕਿ ਜੋ ਮੇਰੀ ਇੱਛਾ ਹੈ ਉਸ ਨੂੰ ਉਹ ਪੂਰਾ ਕਰੇਗਾ ਅਤੇ ਜਿਸ ਕੰਮ ਦੇ ਲਈ ਮੈਂ ਉਸ ਨੂੰ ਘੱਲਿਆ ਹੈ ਉਹ ਸਫਲ ਕਰੇਗਾ। ਯਸ਼ਾਇਆ 55:10 ਤੋਂ 11 ਵਿੱਚ ਅਸੀਂ ਇਹ ਪੜ੍ਹ ਸਕਦੇ ਹਾਂ। ਪਰਮੇਸ਼ਰ ਦਾ ਵਚਨ ਨਿਕਲਿਆ ਹੋਇਆ, ਜਿਸ ਕੰਮ ਦੇ ਲਈ ਕਿਹਾ ਗਿਆ ਉਸ ਕੰਮ ਦੇ ਲਈ ਜਾਏਗਾ, ਉਸ ਕੰਮ ਨੂੰ ਸਫਲ ਕਰੇਗਾ। ਕੀ ਮੇਰਾ ਵਚਨ ਅੱਗ ਜਿਹਾ ਨਹੀਂ? ਪਰਮੇਸ਼ਰ ਦੇ ਵਚਨ ਦੇ ਵਿੱਚ ਲਿਖਿਆ ਹੈ। ਕੀ ਉਹ ਹਥੌੜੇ ਜਿਹਾ ਨਹੀਂ ਜਿਹੜਾ ਪੱਥਰ ਨੂੰ ਫੋੜ ਸੁੱਟੇ? ਯਰਮਾਇਆ ਦੀ ਪੁਸਤਕ 23:29 ਵਿੱਚ ਇਹ ਲਿਖਿਆ ਹੋਇਆ ਹੈ। ਇਹਦਾ ਮਤਲਬ ਪਰਮੇਸ਼ਰ ਦਾ ਸ਼ਬਦ। ਫਿਰ ਕਹਿੰਦਾ ਤੂੰ ਸ੍ਰਿਸ਼ਟੀ ਦੇ ਆਰੰਭ ਤੋਂ ਬੋਲਦਾ ਆਇਆ ਹੈ ਅਤੇ ਪਹਿਲੇ ਹੀ ਦਿਨ ਤੈਅ ਕਿਹਾ ਆਕਾਸ਼ ਅਤੇ ਧਰਤੀ ਪ੍ਰਗਟ ਹੋ ਜਾਣ, ਬਣ ਜਾਣ, ਅਤੇ ਤੇਰਾ ਵਚਨ ਪੂਰਨ ਕਾਰਜ ਕਰਦਾ ਹੈ। ਕਿਸੇ ਦੇ ਮੈਂ ਦੇਖੇ ਨਹੀਂ, ਕਈ ਬੰਦੇ ਅਧੂਰੇ ਰਹਿ ਜਾਂਦੇ ਆ। ਇਹਨਾਂ ਦਿਨਾਂ ਦੇ ਵਿੱਚ ਕਈ ਨਵੀਂ ਉੱਠੇ ਆ, ਆਪਣੇ ਆਪ ਨੂੰ ਨਵੀਂ ਕਹਿੰਦੇ, ਬਹੁਤ ਕੁਝ ਬੋਲਦੇ ਆ ਤੇ ਕਹਿੰਦੇ ਐਦਾਂ ਹੋ ਜਾਊਗਾ, ਐਦਾਂ ਹੋ ਜਾਊਗਾ, ਥੋੜੇ ਚਿਰ ਨੂੰ ਫੇਰ ਬਦਲ ਜਾਂਦੇ। ਮੇਰਾ ਪਰਮੇਸ਼ਰ ਕਦੇ ਬਦਲਦਾ ਨਹੀਂ, ਜੋ ਕਹਿੰਦਾ ਹੈ ਸੋ ਕਰਦਾ ਹੈ। ਉਹਦਾ ਸ਼ਬਦ ਇੰਨਾ ਸ਼ਕਤੀਸ਼ਾਲੀ ਸ਼ਬਦ ਹੈ, ਉਹ ਸ਼ਬਦ ਪ੍ਰਭਾਵਸ਼ਾਲੀ ਹੈ। ਉਹ ਕਿਸੇ ਇਹੋ ਜਿਹੇ ਮਨੁੱਖ ਦਾ ਸ਼ਬਦ ਨਹੀਂ ਹੈ, ਕਿਉਂਕਿ ਮਨੁੱਖ ਤਾਂ ਉਹਦੀ ਰਚਨਾ ਹੈ। ਉਸ ਨੂੰ ਅਸੀਂ ਮਨੁੱਖ ਦੇ ਵਿਚਾਰਾਂ ਦੇ ਨਾਲ ਕਿਸ ਤਰ੍ਹਾਂ ਤੋਲ ਸਕਦੇ ਹਾਂ? ਨਥਿੰਗ, ਮੈਂ ਨਹੀਂ ਤੋਲ ਸਕਦਾ, ਕਿਉਂਕਿ ਉਹ ਅਤ ਪਵਿੱਤਰ, ਮਹਾਪਵਿੱਤਰ, ਪਵਿੱਤਰ ਦਾ ਪਵਿੱਤਰ ਪਰਮੇਸ਼ਰ ਹੈ। ਉਸ ਨੂੰ ਮੈਂ ਇਸ ਤਰ੍ਹਾਂ ਨਹੀਂ ਤੋਲ ਸਕਦਾ। ਔਰ ਅਸੀਂ ਇਹ ਦੇਖਦੇ ਹਾਂ ਕਿ ਇਬਰਾਨੀ ਲੋਕਾਂ ਦੇ ਧਾਰਮਿਕ ਜੀਵਨ ਵਿੱਚ ਕੁਝ ਅਜਿਹੀਆਂ ਘਟਨਾ ਘਟੀਆਂ ਜਿਸ ਤੋਂ ਪਰਮੇਸ਼ਰ ਦੇ ਵਚਨ ਸੰਬੰਧੀ ਵਿਚਾਰਾਂ ਦੇ ਵਿਕਾਸ ਵਿੱਚ ਤੇਜ਼ੀ ਨਾਲ ਕਾਰਜ ਹੋਇਆ ਹੈ। ਯਿਸੂ ਦੇ ਆਉਣ ਤੋਂ 100 ਅਤੇ 150 ਸਾਲ ਪਹਿਲਾਂ ਇਬਰਾਨੀ ਭਾਸ਼ਾ ਦਾ ਸਮਾਜ ਲਗਭਗ ਲੁਪਤ ਹੀ ਹੋ ਗਿਆ ਸੀ। ਇਬਰਾਨੀ ਭਾਸ਼ਾ ਔਰ ਯਹੂਦੀ ਲੋਕ ਇਬਰਾਨੀ ਭਾਸ਼ਾ ਨਹੀਂ ਸੀ ਜਾਣਦੇ। ਵਿਦਵਾਨ ਲੋਕ ਜ਼ਰੂਰ ਜਾਣਦੇ ਸੀ, ਪਰ ਉਹ ਸਧਾਰਨ ਲੋਕਾਂ ਲਈ ਨਹੀਂ ਸੀ। ਇਬਰਾਨੀ ਲੋਕ ਇਬਰਾਨੀ ਤੋਂ ਨਿਕਲਣ ਵਾਲੀ ਆਰਾਮੀ ਭਾਸ਼ਾ ਬੋਲਦੇ ਸੀ। ਇਸ ਲਈ ਪੁਰਾਣੇ ਨਿਯਮ ਵਿੱਚ ਆਰਾਮੀ ਭਾਸ਼ਾ ਦਾ ਅਨੁਵਾਦ ਕਰਨਾ ਪਿਆ, ਜਿਸ ਤੋਂ ਸਧਾਰਨ ਲੋਕ ਵੀ ਸਮਝ ਸਕਣ। ਕਿਹਨੂੰ? ਪਰਮੇਸ਼ਰ ਦੇ ਸ਼ਬਦ ਨੂੰ ਅਤੇ ਪਰਮੇਸ਼ਰ ਦੇ ਸ਼ਬਦ ਦੀ ਸ਼ਕਤੀ ਨੂੰ ਅਤੇ ਉਸ ਦੀ ਰਚਨਾ ਨੂੰ। ਤਿੰਨ ਚੀਜ਼ਾਂ, ਪਰਮੇਸ਼ਰ ਨੂੰ ਅਤੇ ਪਰਮੇਸ਼ਰ ਦੀ ਸ੍ਰਿਸ਼ਟੀ ਨੂੰ ਅਤੇ ਪਰਮੇਸ਼ਰ ਦੀ ਸ਼ਕਤੀ ਨੂੰ ਲੋਕ ਨਹੀਂ ਸਮਝਦੇ। ਉਹ ਆਪਣੇ ਮਨ ਦੇ ਵਿਚਾਰਾਂ ਨਾਲ ਜਿੱਦਾਂ ਕਿਸੇ ਤੋਂ ਸੁਣਦੇ ਆ ਉਦਾਂ ਹੀ ਬੋਲਦੇ ਆ। ਜਦੋਂ ਮੈਂ ਕਿਸੇ ਭਰਾ ਨਾਲ ਗੱਲ ਕਰ ਰਿਹਾ ਸੀ, ਉਹ ਆਪਣੇ ਸ਼ਬਦ ਨੂੰ ਅਲੱਗ-ਅਲੱਗ ਤਰੀਕਿਆਂ ਦੇ ਨਾਲ ਬੋਲਣ ਦੀ ਕੋਸ਼ਿਸ਼ ਕਰ ਰਿਹਾ ਸੀ, ਪਰ ਮੈਂ ਉਸ ਦੇ ਨਾਲ ਉਸ ਨੂੰ ਸਮਝਾਉਣ ਦੇ, ਪਰ ਉਹਦੇ ਕੋਲ ਸਮਾਂ ਨਹੀਂ ਸੀ। ਮੈਂ ਚਾਹੁੰਦਾ ਸੀ ਕਿ ਇਸ ਸ਼ਬਦ ਦੇ ਬਾਰੇ ਉਸ ਨੂੰ ਇੱਕ ਅੱਛੀ ਖੁਰਾਕ, ਅੱਛੀ ਟਿੱਪਣੀ ਦਿੱਤੀ ਜਾਵੇ, ਜਿਸ ਦੇ ਨਾਲ ਸ਼ਬਦ ਨੂੰ ਸਮਝ ਸਕੇ ਅਤੇ ਕਿਤੇ ਵੀ ਉਸ ਦੇ ਨਾਲ ਕੋਈ ਸ਼ਬਦ ਦਾ ਟਕਰਾ ਹੋਵੇ ਤਾਂ ਸ਼ਬਦ ਦੀ ਪਰਿਭਾਸ਼ਾ ਉਹ ਚੰਗੀ ਤਰ੍ਹਾਂ ਨਾਲ ਦੇ ਸਕੇ। ਕਿਸੇ ਕਥਾ ਕਹਾਣੀਆਂ ਜਾਂ ਦੰਤਕ ਕਥਾਵਾਂ ਨਾਲ ਨਹੀਂ, ਜਿਵੇਂ ਕਈ ਲੋਕ ਕਰਦੇ ਆ। ਮੈਂ ਨਹੀਂ ਚਾਹੁੰਦਾ ਕਿ ਉਹ ਇਸ ਤਰ੍ਹਾਂ ਦੀ ਚੀਜ਼ਾਂ ਨੂੰ ਆਪਣੇ ਜੀਵਨ ਦੇ ਵਿੱਚ ਇਸ ਤਰ੍ਹਾਂ ਕਰਨ ਦੀ ਕੋਸ਼ਿਸ਼ ਕਰਨ। ਔਰ ਇਸ ਇਬਰਾਨੀ ਭਾਸ਼ਾ ਨੂੰ, ਹੀਬਰੂ ਭਾਸ਼ਾ ਨੂੰ ਕੋਸ਼ਿਸ਼ ਕੀਤੀ ਹੈ। ਇਸ ਸਮੇਂ ਇਬਰਾਨੀ ਭਾਸ਼ਾ, ਹੀਬਰੂ ਭਾਸ਼ਾ ਵੀ ਇਸਰਾਇਲ ਦੇ ਵਿੱਚ ਉਪਲਬਧ ਹੈ, ਜਿਹੜੀ ਲੁਪਤ ਹੋ ਚੁੱਕੀ ਸੀ। ਫਿਰ ਉਹ ਉਦੇ ਹੋਈ ਹੈ। ਕਾਹਦੇ ਲਈ? ਕਿ ਜਿਉਂਦੇ ਪਰਮੇਸ਼ਰ ਨੂੰ ਅਸੀਂ ਸਮਝ ਸਕੀਏ। ਇਬਰਾਨੀ ਲੋਕ ਅਜਿਹੇ ਲੋਕ ਸੀ ਜਿਹੜੇ ਆਪਣੇ ਮੂੰਹ ਦੇ ਉੱਤੇ ਪਰਮੇਸ਼ਰ ਦਾ ਨਾਮ ਨਹੀਂ ਆਪਣੇ ਜੀਵਨ ਤੋਂ ਲੈਣਾ ਪਸੰਦ ਕਰਦੇ। ਕਾਰਨ, ਉਸਦਾ ਕਾਰਨ ਹੈ ਕਿਉਂਕਿ ਉਹ ਪਰਮੇਸ਼ਰ ਦੇ ਇੱਕ ਇੱਕ ਸ਼ਬਦ ਨੂੰ ਜੋ ਤੋਰੇਤ ਵਿੱਚ ਲਿਖਿਆ ਹੋਇਆ ਸੀ, ਜੋ ਸ਼ਰ੍ਹਾ ਦੇ ਵਿੱਚ, ਅੱਜ ਦੇ ਸਮੇਂ 'ਚ ਅਸੀਂ ਉਹਨੂੰ ਸ਼ਰ੍ਹਾ ਕਹਿੰਦੇ ਆ,
ਉਸ ਦੇ ਵਿੱਚ ਉਹ ਪੂਰਾ ਨਾਮ ਪਰਮੇਸ਼ਰ ਦਾ ਨਹੀਂ ਲੈਂਦੇ ਸੀ। ਕੀ ਆਪਣਾ ਨਾਂ ਲੈ ਯਾਵੇ, ਯਾਵੇ ਤੋਂ ਯਹੋਵਾ ਬਣ ਗਿਆ। ਯਾਵੇ ਸ਼ਬਦ ਯੂਜ਼ ਕਰਦੇ ਸੀ, ਪੂਰਾ ਸ਼ਬਦ ਨਹੀਂ ਲੈਂਦੇ ਸੀ, ਕਿਉਂਕਿ ਉਹ ਕਹਿੰਦੇ ਸੀ ਅਸੀਂ ਇਸ ਯੋਗ ਨਹੀਂ ਆ ਕਿ ਉਸ ਪਵਿੱਤਰ ਪਰਮੇਸ਼ਰ ਦਾ ਨਾਮ ਆਪਣੇ ਮੁਖ ਤੋਂ ਲੈ ਸਕੀਏ, ਉਸ ਦਾ ਸ਼ਬਦ ਆਪਣੇ ਮੂੰਹ 'ਚ ਲੈ ਸਕੀਏ, ਕਿਉਂਕਿ ਉਹ ਪਵਿੱਤਰ ਹੈ, ਅਸੀਂ ਅਪਵਿੱਤਰ ਹਾਂ। ਤੇ ਆ ਪਵਿੱਤਰ ਵਿਅਕਤੀ ਜਿਹੜੇ ਹਿਬਰੂ ਲੋਕ ਸੀ, ਇਹ ਸੋਚਦੇ ਸੀ ਕਿ ਅਸੀਂ ਪਰਮੇਸ਼ਰ ਦੇ ਪਵਿੱਤਰ ਜਨ ਨਹੀਂ ਹਾਂ। ਕਾਰਨ ਕਿਉਂਕਿ ਅਸੀਂ ਪਾਪ ਦੀ ਪੈਦਾਇਸ਼ ਹਾਂ। ਪਾਪੀ ਵਿਅਕਤੀ ਨਾ ਪਰਮੇਸ਼ਰ ਨੂੰ ਦੇਖ ਸਕਦਾ ਹੈ, ਨਾ ਉਸ ਨੂੰ ਜਾਣ ਸਕਦਾ ਹੈ, ਨਾ ਉਸ ਨਾਲ ਗੱਲ ਕਰ ਸਕਦਾ ਹੈ, ਕਿਉਂਕਿ ਬਾਈਬਲ ਦੱਸਦੀ ਹੈ ਹਨੇਰੇ ਦਾ ਪਾਪ ਦੇ ਨਾਲ ਕੀ ਮੇਲ। ਇਸ ਲਈ ਸ਼ਬਦ ਇਬਰਾਨੀ ਭਾਸ਼ਾ ਦੇ ਵਿੱਚ ਉਤਪੰਨ ਹੋਇਆ। ਜਦੋਂ ਉਹਨਾਂ ਨੇ ਇਸ ਦੀ ਖੋਜ ਕੀਤੀ ਤਦ ਉਹਨਾਂ ਦੇ ਸ਼ਬਦ ਨੂੰ ਜੋ ਉਹਨਾਂ ਨੇ ਆਪਣੀਆਂ ਕਿਤਾਬਾਂ ਦੇ ਵਿੱਚ, ਤੌਰੇਤ ਦੇ ਵਿੱਚ, ਤੌਰੇਤ ਦਾ ਮਤਲਬ ਮੈਂ ਕੀ ਸਮਝਾਉਣਾ ਚਾਹੁੰਦਾ, ਅਗਰ ਇਸ ਨੂੰ ਡੀਪ ਜਾਈਏ ਤਾਂ ਉਹਨਾਂ ਦੀਆਂ 13 ਕਿਤਾਬਾਂ ਸੀਗੀਆਂ। ਮਤਲਬ ਕਿ ਜੋ ਪਿੱਛੇ ਤੱਕ ਮਲਾਕੀ ਤੱਕ ਇਹ ਸਾਰੀਆਂ 13 ਕਿਤਾਬਾਂ ਇਕੱਠੀਆਂ ਕੀਤੀਆਂ ਜਾਂਦੀਆਂ ਸੀ। ਉਹਨੂੰ ਇਸੇ ਕਰਕੇ ਕਹਿੰਦੇ ਤੋਰਾ 13, ਔਰ ਉਹ ਲੱਕੀ ਸਮਝਦੇ ਸੀ 13 ਨੰਬਰ ਨੂੰ, ਤੇ ਇੱਥੇ ਬੜਾ ਗਲਤ ਸਮਝਿਆ ਜਾਂਦਾ ਹੈ। ਸ਼ਬਦ ਦੇ ਉੱਤੇ ਮੈਂ ਧਿਆਨ ਕਰ ਰਿਹਾ, ਇਸ ਕਰਕੇ ਅੱਜ ਦਾ ਸਬਕ ਮੇਰੇ ਲਈ, ਆਪ ਦੇ ਲਈ ਇੰਨਾ ਹੈ ਕਿ ਤੁਸੀਂ ਸ਼ਬਦ ਨੂੰ ਜਾਣਨਾ ਹੈ, ਸ਼ਬਦ ਦੀ ਖੋਜ ਕਰਨੀ ਹੈ। ਜਦ ਤੱਕ ਅਸੀਂ ਸ਼ਬਦ ਦੀ ਖੋਜ ਨਹੀਂ ਕਰਦੇ, ਹਜੇ ਤੱਕ ਅਸੀਂ ਇਬਰਾਨੀ ਭਾਸ਼ਾ ਦੇ ਇਬਰਾਨੀ ਸ਼ਬਦਾਂ ਨੂੰ, ਤੌਰੇਤ ਦੇ ਸ਼ਬਦਾਂ ਨੂੰ ਸਮਝਿਆ ਹੈ ਜੋ ਪੁਰਾਣੇ ਨਿਯਮ ਦੇ ਵਿੱਚ ਹੈ। ਕੱਲ ਮੈਂ ਆਪ ਦੇ ਨਾਲ ਫੇਰ ਰੂਬਰੂ ਹੋਵਾਂਗਾ ਤਾਂ ਕਿ ਅਸੀਂ ਇਸ 1:3 ਦੇ ਵਿੱਚ ਜੋ ਸ਼ਬਦ ਹੈ ਪਰਮੇਸ਼ਰ ਦਾ, ਜਿਸ ਦੇ ਨਾਲ ਅਸੀਂ ਉਸ ਦੀ ਤੁਲਨਾ, ਕਿਸੇ ਇਨਸਾਨ ਦੇ ਨਾਲ ਅਸੀਂ ਤੁਲਨਾ ਨਹੀਂ ਕਰ ਸਕਦੇ। ਜੇ ਤੁਲਨਾ ਕਰਨੀ ਹੈ ਇਨਸਾਨ ਦੀ ਤਾਂ ਉਸ ਦੇ ਲਈ ਉਸ ਦੇ ਵਿੱਚ ਪਰਮੇਸ਼ਰ ਦੇ ਗੁਣ ਦੇਖਣੇ ਆ। ਉਸ ਦੇ ਲਈ ਮੈਂ ਕੱਲ ਆਪ ਦੇ ਨਾਲ ਗੱਲ ਕਰਾਂਗਾ, ਫਿਰ ਅਸੀਂ ਇਸ ਵਚਨ ਦੇ ਵਿੱਚ ਜਾਵਾਂਗੇ। ਕੱਲ ਅਸੀਂ ਦੂਸਰੇ ਭਾਗ ਦੇ ਵਿੱਚ ਸ਼ਬਦ ਦੀ ਰਚਨਾ ਦੇ ਬਾਰੇ ਅਤੇ ਸ਼ਬਦ ਦੇ ਬਾਰੇ ਜਾਣਾਂਗੇ। ਸ਼ਬਦ ਹੈ ਕੀ? ਵਾਟ ਇਜ਼ ਦਾ ਵਰਡ? ਵਰਡ ਨਹੀਂ, ਵਰਡ ਕੀ ਹੈ? ਅਸੀਂ ਕੱਲ ਇਸ ਦੇ ਬਾਰੇ ਫੇਰ ਸਮਝਾਂਗੇ। ਪ੍ਰਭੂ ਸਾਨੂੰ ਤਦ ਤੱਕ ਦੇ ਲਈ ਆਪਣੇ ਆਪ ਦੇ ਵਿੱਚ ਉਸ ਸ਼ਬਦ ਦੀ ਰਚਨਾ ਨੂੰ ਸਮਝਣ ਦੇ ਲਈ ਸਾਡੀ ਮਦਦ ਕਰੇ। ਜੈ ਮਸੀਹ ਦੀ। ਪ੍ਰਭੂ ਆਪ ਨੂੰ ਆਸ਼ੀਸ਼ ਦੇ।